हेलो बच्चों। बेटे नेक्स्ट ਆਪਾਂ डिस्कस करते हैं स्ट्रक्चरल रिप्रजेंटेशन ऑफ ऑर्गेनिक कंपाउंड्स। हम ऑर्गेनिक कंपाउंड्स ਨੂੰ ਅਸੀਂ रिप्रजेंट ਕਿਵੇਂ ਕਰਦੇ ਹਾਂ बेटे? ਜਿਹੜੇ ਦੋ ਇਲੈਕਟ੍ਰੋਨ ਹੋਣਗੇ ਕੋਵਲੈਂਟ ਬੌਂਡ ਦੇ ਵਿੱਚ ਉਹਨੂੰ ਆਪਾਂ ਇੱਕ ਡੈਸ਼ ਦੇ ਨਾਲ ਦਿਖਾਵਾਂਗੇ। ਠੀਕ ਹੈ, ਬੌਂਡ ਬਣਦਾ ਜਿਹੜਾ ਕੋਵਲੈਂਟ ਬੌਂਡ ਕਿਵੇਂ ਬਣਦਾ? ਸ਼ੇਅਰਿੰਗ ਦੇ ਨਾਲ। ਇੱਕ ਜਿਹੜੀ ਲਾਈਨ ਮਾਰਾਂਗੇ, ਡੈਸ਼ ਮਾਰਾਂਗੇ, ਉਹਦਾ ਮਤਲਬ ਦੋ ਇਲੈਕਟ੍ਰੋਨ ਹੈ ਤੇ ਇੱਕ ਬੌਂਡ ਜਿਹਨੂੰ ਅਸੀਂ ਮੰਨਦੇ ਹਾਂ। ਜੇ ਅਸੀਂ ਬੇਟੇ ਸਿੰਗਲ ਡੈਸ਼ ਮਾਰ ਦਾਂਗੇ ਤਾਂ ਉਹਦਾ ਮਤਲਬ ਹੋਏਗਾ ਸਿੰਗਲ ਬੌਂਡ। ਜੇ ਅਸੀਂ ਦੋ ਡੈਸ਼ ਮਾਰ ਦਾਂਗੇ ਲਾਈਨਾਂ ਦੇ ਵਿਚਕਾਰ ਤਾਂ ਡਬਲ ਬੌਂਡ। ਜੇ ਅਸੀਂ ਤਿੰਨ ਡੈਸ਼ ਮਾਰ ਦਾਂਗੇ ਤਾਂ ਟ੍ਰਿਪਲ ਬੌਂਡ ਹੋਏਗਾ। ਹੁਣ ਇਹਨੂੰ ਰਿਪਰੈਜ਼ੈਂਟ ਕਰਨ ਦੇ, ਕਿਸੇ ਵੀ ਆਰਗੈਨਿਕ ਕੰਪਾਊਂਡ ਨੂੰ ਰਿਪਰੈਜ਼ੈਂਟ ਕਰਨ ਦੇ ਬੇਟੇ ਤਿੰਨ ਮੈਥਡ ਹੈ। ਇੱਕ ਹੁੰਦਾ ਕੰਪਲੀਟ ਸਟਰਕਚਰਲ ਫਾਰਮੂਲਾ, ਇੱਕ ਹੁੰਦਾ ਬੇਟੇ ਕੰਡੈਂਸਡ ਫਾਰਮੂਲਾ ਤੇ ਇੱਕ ਹੁੰਦਾ ਬੌਂਡ ਲਾਈਨ ਸਟਰਕਚਰਲ ਫਾਰਮੂਲਾ। ਮਤਲਬ ਸਿਰਫ ਲਾਈਨਾਂ ਦੇ ਵਿੱਚ ਦਿਖਾਵਾਂਗੇ। ਇਹਦੇ ਵਿੱਚੋਂ ਜਿਹੜਾ ਅਸੀਂ ਫ੍ਰੀਕੁਐਂਟਲੀ ਯੂਜ਼ ਕਰਦੇ ਹਾਂ ਉਹ ਕੰਡੈਂਸਡ ਸਟਰਕਚਰਲ ਫਾਰਮੂਲਾ ਹੈ। ਦੂਸਰੇ ਨੰਬਰ ਤੇ ਜਿਹੜਾ ਆਪਾਂ ਡਿਸਕਸ ਕਰਾਂਗੇ, ਪਹਿਲਾਂ ਆਪਾਂ ਕਰਦੇ ਹਾਂ ਕੰਪਲੀਟ ਸਟਰਕਚਰਲ ਫਾਰਮੂਲਾ। ਕੰਪਲੀਟ ਦਾ ਮਤਲਬ ਹਰੇਕ ਬੌਂਡ ਨੂੰ ਅਸੀਂ ਸੈਪਰੇਟ ਕਰਕੇ ਦਿਖਾਵਾਂਗੇ। ਤਾਂ ਜਿਵੇਂ ਆਪਾਂ ਈਥੇਨ ਬਣਾ ਲਿਆ, ਦੋ ਕਾਰਬਨ ਹੈ ਸਾਡੇ ਕੋਲੇ, ਹਰੇਕ ਕਾਰਬਨ ਦੇ ਆਪਾਂ ਕਿਹਾ ਕਿ ਕਾਰਬਨ ਟੈਟਰਾਵੇਲੈਂਟ ਹੁੰਦੀ ਹੈ ਤੇ ਚਾਰ ਬੌਂਡ ਜ਼ਰੂਰ ਪੂਰੇ ਕਰਨੇ ਆ ਤਾਂ ਤੁਹਾਡਾ ਕੰਪਾਊਂਡ ਹੈ ਜਿਹੜਾ ਉਹ ਸਹੀ ਹੋਏਗਾ। ਤਾਂ ਆਪਾਂ ਕੀ ਹੈ, ਸੀ ਸਿੰਗਲ ਬੌਂਡ ਸੀ, ਸਾਰੇ ਬੌਂਡ ਐਚ ਨਾਲ, ਤਿੰਨ ਬੌਂਡ ਕਿਹਦੇ ਨਾਲ ਹੈ? ਐਚ ਨਾਲ, ਤਿੰਨ ਬੌਂਡ ਇਹਦੇ ਐਚ ਨਾਲ, ਈਥੇਨ। ਠੀਕ ਹੈ, ਈਥੇਨ। ਉਸ ਤੋਂ ਬਾਅਦ ਆ ਗਿਆ ਈਥੀਨ, ਸੀ ਡਬਲ ਬੌਂਡ ਸੀ ਦਿਖਾਤਾ ਆਪਾਂ, ਇੱਥੇ ਐਚ ਇੱਥੇ ਐਚ, ਮਤਲਬ ਪੂਰੇ ਬੌਂਡ ਅਲੱਗ-ਅਲੱਗ ਕਰਕੇ ਦਿਖਾਵਾਂਗੇ। ਇਹਨੂੰ ਅਸੀਂ ਕੰਪਲੀਟ ਸਟਰਕਚਰਲ ਫਾਰਮੂਲਾ ਕਹਿੰਦੇ ਹਾਂ। ਕਲੀਅਰ? ਉਸ ਤੋਂ ਬਾਅਦ ਈਥਾਈਨ ਦਾ ਬਣਾਤਾ, ਇਸੇ ਤਰ੍ਹਾਂ ਅਸੀਂ ਮਿਥੇਨੋਲ ਬਣਾਤਾ। ਇਹ ਜਦੋਂ ਆਪਾਂ ਨੋਮਨਕਲੇਚਰ ਕਰਾਂਗੇ ਨਾ ਬੇਟੇ, ਉਦੋਂ ਤੁਹਾਨੂੰ ਚੀਜ਼ਾਂ ਕਲੀਅਰ ਹੋਣਗੀਆਂ ਕਿ ਨਾਮ ਹੈ। ਸਿਰਫ ਹੁਣ ਤਾਂ ਆਪਾਂ ਫਾਰਮੂਲਾ ਦੇਖਣਾ ਹੈ ਕਿ ਕਿਵੇਂ ਬਣਾਉਣਾ ਹੈ। ਕੋਈ ਵੀ ਚੀਜ਼ ਹੈ ਕਿ ਜੇ ਆਪਾਂ ਡਿਟੇਲਡ ਲਿਖਤਾ ਨਾ, ਸਾਰੇ ਬੌਂਡ ਅਲੱਗ-ਅਲੱਗ ਸ਼ੋ ਕਰਤੇ, ਉਹਨੂੰ ਅਸੀਂ ਕੰਪਲੀਟ ਸਟਰਕਚਰਲ ਫਾਰਮੂਲਾ ਕਹਿੰਦੇ ਹਾਂ। ਕਲੀਅਰ? ਅਗਲਾ ਬੇਟੇ ਕੰਡੈਂਸਡ ਸਟਰਕਚਰਲ ਫਾਰਮੂਲਾ। ਕੋਈ ਵੀ ਫਾਰਮੂਲਾ ਨੂੰ ਕੰਡੈਂਸਡ ਕਰਦੀ ਹੈ। ਹੁਣ ਜਿਵੇਂ ਆਪਾਂ ਉੱਪਰ ਲਿਖਿਆ ਸੀ ਸੀ ਦੇ ਨਾਲ H3 ਪਾਏ, ਤਿੰਨ ਬੌਂਡ ਬਣਾਏ ਸੀ, ਇਹਨੂੰ ਆਪਾਂ ਲਿਖਤਾ CH3। ਅਗਲੇ ਫਿਰ ਸੀ ਦੇ ਨਾਲ ਤਿੰਨ ਬੌਂਡ ਸੀ ਤੇ ਸੀ ਦੇ ਨਾਲ ਬੌਂਡ ਬਣਿਆ ਹੋਇਆ ਸੀ, ਇਹਨੂੰ ਫਿਰ ਲਿਖਤਾ CH3। ਤੁਸੀਂ ਚਾਹੇ ਇਹਦੇ ਵਿੱਚ ਬੌਂਡ ਬਣਾਓ ਚਾਹੇ ਨਾ ਬਣਾਓ, ਇੱਥੇ ਤੁਸੀਂ ਲਾਈਨ ਮਾਰ ਵੀ ਸਕਦੇ ਹੋ ਬੇਟੇ, ਨਹੀਂ ਵੀ ਮਾਰੋ ਤਾਂ ਵੀ ਠੀਕ ਹੈ। ਠੀਕ ਹੈ, ਇਹਨੂੰ ਅਸੀਂ ਕੰਡੈਂਸਡ ਫਾਰਮੂਲਾ ਕਹਿੰਦੇ ਹਾਂ। ਅਸੀਂ ਲਿਖਤਾ CH3 ਮਤਲਬ H ਤਿੰਨੇ ਇਸ ਸੀ ਨਾਲ ਹੈ, ਇਹ ਤਿੰਨੋਂ H ਇਸ ਸੀ ਦੇ ਨਾਲ ਹੈ, ਉਹੀ ਕੰਪਾਊਂਡ ਹੈ। ਹੁਣ ਆਪਾਂ ਇਹ ਵਾਲਾ ਕੰਪਾਊਂਡ ਲਵਾਂਗੇ, ਇਹ ਤੁਹਾਨੂੰ ਵੈਸੇ ਹੀ ਸਮਝ ਆ ਜਾਏਗੀ। ਹੁਣ ਆਪਣੇ ਆਪ ਹੀ ਸੀ ਦੇ ਨਾਲ ਅਸੀਂ ਕਿੰਨੇ H ਲਾਵਾਂਗੇ ਬੇਟੇ? 2, CH2 ਡਬਲ ਬੌਂਡ CH2। ਇਹ ਕੀ ਬਣ ਗਿਆ? ਇਹਦਾ ਕੰਡੈਂਸਡ ਫਾਰਮੂਲਾ। ਠੀਕ ਹੈ, ਹੁਣ ਆਪਾਂ ਲਿਖਤਾ ਇਹ ਬਣਾਇਆ ਸੀ ਆਪਾਂ ਸੀ ਦੇ ਨਾਲ ਇੱਕ H ਹੈ, CH ਟ੍ਰਿਪਲ ਬੌਂਡ CH। ਇਹ ਕੀ ਬਣ ਗਿਆ? ਇਹਦਾ ਕੰਡੈਂਸਡ ਫਾਰਮੂਲਾ ਈਥਾਈਨ ਦਾ। ਇਹ ਆਪਾਂ ਬਣਾਇਆ ਸੀ ਬੇਟੇ ਮਿਥੇਨੋਲ, ਸੀ ਦੇ ਨਾਲ H3 ਲੱਗੇ ਹੋਏ ਆ, ਆਪਾਂ ਲਿਖਤਾ CH3। ਫਿਰ OH ਹੈ, ਉਹਨੂੰ O ਦੇ ਨਾਲ H ਨੂੰ ਇਕੱਠਾ ਹੀ ਲਿਖਤਾ ਆਪਾਂ। ਠੀਕ ਹੈ, ਇਹਦਾ ਮਤਲਬ ਬੌਂਡ ਬਣਿਆ ਹੋਇਆ CH3OH। ਇਹ ਕੀ ਹੈ ਇਹਦਾ ਬੇਟੇ? ਕੰਡੈਂਸਡ ਫਾਰਮੂਲਾ। ਕਲੀਅਰ? ਉਸ ਤੋਂ ਬਾਅਦ ਬੇਟੇ ਜੇ ਤੁਹਾਡੇ ਕੋਲੇ ਜ਼ਿਆਦਾ ਜਿਹੜੀ ਹੈਗੀ ਲੰਬੀ ਚੇਨ ਹੋਵੇ, ਜਿਵੇਂ ਆਪਾਂ ਲਿਖਤਾ CH3 CH2 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 CH3, ਹੁਣ ਇਹਨੂੰ ਵੀ ਕੰਡੈਂਸ ਕਰਕੇ ਲਿਖ ਸਕਦੇ ਹਾਂ ਬੇਟੇ। ਜਿਵੇਂ ਆਪਾਂ ਦੇਖੀ ਇਹ ਤਾਂ CH3 ਹੈ, ਵਿਚਕਾਰ CH2 ਕਿੰਨੇ ਟਾਈਮਸ ਹੈ? 1 2 3 4। ਤਾਂ ਆਪਾਂ ਬਾਰ-ਬਾਰ ਲਿਖਣ ਦੀ ਬਜਾਏ ਜਿੰਨੇ ਟਾਈਮਸ ਹੈ ਉਹਨੂੰ ਬ੍ਰੈਕਟ ਦੇ ਅੰਦਰ ਲਿਖ ਕੇ ਬਾਹਰ ਲਿਖ ਦਿੰਦੇ ਹਾਂ। ਤਾਂ ਕੀ ਬਣ ਗਿਆ? CH3 CH2 4 ਟਾਈਮਸ CH3। ਇਹਦਾ ਮਤਲਬ 4 ਵਾਰੀ CH2 ਲਿਖਣਾ ਆਪਾਂ। ਇਹਨੂੰ ਵੀ ਅਸੀਂ ਕੰਡੈਂਸਡ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਕਲੀਅਰ ਹੋ ਗਿਆ ਬੇਟੇ? ਇਹ ਕੰਡੈਂਸਡ ਫਾਰਮੂਲਾ ਆ ਗਿਆ ਜਾਂ ਕੰਡੈਂਸਡ ਸਟਰਕਚਰ ਹੋ ਗਿਆ। ਉਸ ਤੋਂ ਬਾਅਦ ਹੈ ਬੇਟਾ ਬੌਂਡ ਲਾਈਨ। ਬੌਂਡ ਲਾਈਨ ਦੇ ਵਿੱਚ ਅਸੀਂ ਸਿਰਫ ਲਾਈਨਾਂ ਹੀ ਨਾਲ ਹੀ ਸ਼ੋ ਕਰਾਂਗੇ। ਜਿੱਥੇ ਇੱਕ ਕਾਰਨਰ ਆ ਜਾਂਦਾ ਹੈ ਜਾਂ ਕ੍ਰਾਸ ਆ ਗਿਆ, ਇਹਦਾ ਮਤਲਬ ਕਾਰਬਨ ਹੈ। ਠੀਕ ਹੈ, ਜਿੱਥੇ ਵੀ। ਹੁਣ ਇਹ ਇੱਕ ਕਾਰਬਨ ਹੈ, ਇੱਥੇ ਜੇ ਅਸੀਂ ਇਹ ਨਾ ਲਿਖਦੇ H ਤਾਂ ਇਹਦਾ ਮਤਲਬ ਕਾਰਬਨ ਹੋਣਾ ਸੀ, ਪਰ ਆਪਾਂ ਇੱਥੇ H ਲਗਾਤਾ, ਇਹ ਤਾਂ ਦੱਸਤਾ ਵੀ ਇੱਥੇ H ਹੈ। ਜੇ ਅਸੀਂ ਕੋਈ ਹੋਰ ਸਪੀਸ਼ੀਜ਼ ਦਿਖਾਉਣੀ ਹੈ ਤਾਂ ਅਸੀਂ ਲਿਖਾਂਗੇ, ਜੇ ਕੁਛ ਨਹੀਂ ਲਿਖਾਂਗੇ ਤਾਂ ਇਹਦਾ ਮਤਲਬ ਅੰਡਰਸਟੂਡ ਹੋਏਗਾ ਕਿ ਕਾਰਬਨ ਹੈ।
पर ਅਸੀਂ ਹੁਣ H ਲਿਖਤਾ, ਇਹਦਾ ਮਤਲਬ ਇਹਨਾਂ ਥਾਵਾਂ ਤੇ C ਨਹੀਂ ਹੈ, ਤਾਂ ਕਿੱਥੇ C ਇਕੱਲਾ ਸੈਂਟਰ 'ਚ, ਤਾਂ ਇਹ ਮੀਥੇਨ ਬਣ ਗਿਆ। ਇਹ ਬੌਂਡ ਲਾਈਨ ਸਟਰਕਚਰ ਹੋ ਗਿਆ ਮੀਥੇਨ ਦਾ। ਇਸੇ ਤਰ੍ਹਾਂ ਆਪਾਂ ਕੀ ਹੈ ਬੇਟੇ, 2 ਇੱਦਾਂ ਬਣਾਤੀ। ਹੁਣ ਆ ਇਹ ਕਿਆ, ਇਹ ਆ ਗਿਆ ਕਾਰਬਨ, ਠੀਕ ਹੈ। ਇੱਕ ਕਾਰਬਨ ਇੱਥੇ ਹੋ ਗਿਆ, ਇੱਕ ਕਾਰਬਨ ਇੱਥੇ ਹੋ ਗਿਆ। ਹੁਣ ਕਾਰਨਰਸ ਤੇ ਨਹੀਂ ਹੈ ਕਿਉਂਕਿ ਅਸੀਂ HH ਲਿਖਤਾ, ਤਾਂ ਇਹਦਾ ਮਤਲਬ ਕੀ ਹੋ ਗਿਆ, ਈਥੇਨ ਹੋ ਗਿਆ। ਹੁਣ ਆਪਾਂ ਲਿਖਤਾ ਬੇਟੇ, ਆਪਾਂ ਲਿਖਤਾ ਆਪਾਂ ਟ੍ਰਿਪਲ ਬੌਂਡ, ਫਿਰ ਆਪਾਂ ਸਿੰਗਲ ਬੌਂਡ, ਫਿਰ H। ਇਹਦਾ ਮਤਲਬ ਇੱਥੇ ਜਿਹੜੀ ਸਪੀਸ਼ੀਜ਼ ਹੈ ਉਹ ਕੀ ਹੈ, ਕਾਰਬਨ ਹੈ। ਇੱਥੇ ਵੀ ਜਿਹੜੀ ਸਪੀਸ਼ੀਜ਼ ਉਹ ਵੀ ਕੀ ਹੈ, ਕਾਰਬਨ ਹੈ। ਸਾਈਡਾਂ ਤੇ ਨਹੀਂ ਹੈ ਕਿਉਂਕਿ ਅਸੀਂ HH ਲਗਾਤਾ। ਇਹ ਕੀ ਬਣ ਗਿਆ, ਈਥਾਈਨ। ਹੁਣ ਜੇ ਆਪਾਂ ਇੱਥੇ ਲਿਖਦੇ, ਇੱਥੇ ਵੀ ਜਿਹੜੀ ਸਪੀਸ਼ੀਜ਼ ਆਏਗੀ ਉਹ ਕੀ ਹੈ, ਕਾਰਬਨ ਹੈ। ਇੱਥੇ ਵੀ ਜਿਹੜੀ ਸਪੀਸ਼ੀਜ਼ ਹੋਏਗੀ ਕੀ ਹੈ, ਕਾਰਬਨ ਹੈ। ਤਾਂ ਇਹਦਾ ਮਤਲਬ ਕੀ ਬਣ ਗਿਆ, ਈਥੀਨ। ਹੁਣ ਆਪਾਂ ਇਸੇ ਤਰ੍ਹਾਂ ਇੱਥੇ ਬਣਾਇਆ, ਦੇਖੋ ਤੁਸੀਂ ਡਬਲ ਬੌਂਡ C। ਹੁਣ ਆਪਾਂ ਇੱਥੇ ਕੁਛ ਨਹੀਂ ਲਿਖਿਆ, ਇਹਦਾ ਮਤਲਬ ਕੀ ਹੈ ਬੇਟੇ, ਇਹਨਾਂ ਥਾਵਾਂ ਤੇ ਵੀ ਕਾਰਬਨ ਹੈ। ਮਤਲਬ ਜੋ ਲਾਈਨ ਅਸੀਂ ਮਾਰਤੀ ਇਹਦੇ ਇੱਧਰ ਇੱਧਰ ਜੇ ਕੁਛ ਨਹੀਂ ਲਿਖਿਆ ਹੋਇਆ, ਇਹਦਾ ਮਤਲਬ ਇਹਦੇ ਦੋਨੋਂ ਪਾਸੇ ਕਾਰਬਨ ਹੈ, ਠੀਕ ਹੈ। ਇਹਦੇ ਦੋਨੋਂ ਪਾਸੇ ਕਾਰਬਨ ਹੈ। ਹੁਣ ਇਹਦਾ ਮਤਲਬ ਇਹ ਹੈ, ਇੱਦਾਂ ਹੈ, ਇੱਥੇ C, ਇੱਥੇ C, ਠੀਕ ਹੈ। ਚਾਰੋਂ ਪਾਸੇ CH3 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 CH3, ਮਤਲਬ CH3 ਤਾਂ ਆਏਗਾ ਹੀ ਆਏਗਾ ਨਾ ਜੀ। ਇਹਦਾ ਮਤਲਬ C ਹੈ, ਤੇ C ਨੇ ਤਾਂ ਆਪਣੇ ਬੌਂਡ ਪੂਰੇ ਕਰਨੇ ਹੀ ਹੈ। ਇੱਕ ਤਾਂ ਇਹ ਬੌਂਡ ਹੋ ਗਿਆ, 3 ਕਿਹਦੇ ਨਾਲ ਕੰਪਲੀਟ ਕਰੇਗਾ, H ਨਾਲ। ਜਿੱਥੇ ਕੁਛ ਨਹੀਂ ਲਗਾਇਆ, ਹਰੇਕ ਬੌਂਡ ਕਿਹਦੇ ਨਾਲ ਕੰਪਲੀਟ ਹੋਏਗਾ, H ਦੇ ਨਾਲ ਹੋਏਗਾ, ਠੀਕ ਹੈ। ਇਹਨੂੰ ਰਿਪਰੈਜ਼ੈਂਟ ਕਰਨ ਦੇ ਬੇਟੇ 3 ਮੈਥਡਸ ਹੈ, ਕੰਪਲੀਟ ਸਟਰਕਚਰ, ਕੰਡੈਂਸਡ ਸਟਰਕਚਰ ਐਂਡ ਬੌਂਡ ਲਾਈਨ। ਸਭ ਤੋਂ ਜ਼ਿਆਦਾ ਅਸੀਂ ਕਿਹਨੂੰ ਯੂਜ਼ ਕਰਾਂਗੇ ਬੇਟੇ, ਕੰਡੈਂਸਡ ਸਟਰਕਚਰ। ਅੱਗੇ ਬੇਟੇ 3 ਡਾਇਮੈਂਸ਼ਨਲ ਰਿਪਰੈਜ਼ੈਂਟੇਸ਼ਨ ਆਫ ਆਰਗੈਨਿਕ ਕੰਪਾਊਂਡ। ਹੁਣ ਆਰਗੈਨਿਕ ਕੰਪਾਊਂਡ ਦੀ ਅਸੀਂ 3 ਡਾਇਮੈਂਸ਼ਨਲ ਰਿਪਰੈਜ਼ੈਂਟੇਸ਼ਨ ਕਿਵੇਂ ਕਰਾਂਗੇ। ਆਪਾਂ ਹਾਈਬ੍ਰਿਡਾਈਜੇਸ਼ਨ ਪੜ੍ਹੀ ਹੈ ਕਿ ਹਾਈਬ੍ਰਿਡਾਈਜੇਸ਼ਨ ਅਲੱਗ-ਅਲੱਗ ਹੁੰਦੀ ਹੈ ਇਹਨਾਂ ਦੇ ਵਿੱਚ, ਤੇ ਜੇ ਆਪਾਂ 3 ਡਾਇਮੈਂਸ਼ਨ ਦੇ ਵਿੱਚ ਕੋਈ ਸਟਰਕਚਰ ਨੂੰ ਰਿਪਰੈਜ਼ੈਂਟ ਕਰਨਾ ਹੋਵੇ, ਜਿਵੇਂ ਆਪਾਂ ਸਾਡੇ ਕੋਲੇ ਜਿਹੜੀ sp3 ਹਾਈਬ੍ਰਿਡਾਈਜ਼ਡ ਆਮ ਤੌਰ ਤੇ ਕਾਰਬਨ ਹੋਣਗੀਆਂ, ਤਾਂ ਉਹ ਕੀ ਇੱਕ ਟੈਟਰਾਹੈਡਰਲ ਦੇ ਵਿੱਚ ਫਾਰਮ ਦੇ ਵਿੱਚ ਹੁੰਦੀ ਹੈ। ਹੁਣ ਇੱਕ ਟੈਟਰਾਹੈਡਰਲ ਨੂੰ ਅਸੀਂ ਬੇਟੇ ਕਿਵੇਂ ਸ਼ੋ ਕਰਾਂਗੇ, ਉਹਦੇ ਵਿੱਚੋਂ ਦੀ 3D ਸਟਰਕਚਰ ਨੂੰ ਕਿਵੇਂ ਰਿਪਰੈਜ਼ੈਂਟ ਕਰਨਾ ਹੈ। 3D ਸਟਰਕਚਰ ਕੈਨ ਬੀ ਰਿਪਰੈਜ਼ੈਂਟਡ ਔਨ ਪੇਪਰ ਬਾਈ ਯੂਜ਼ਿੰਗ ਸੋਲਿਡ ਐਂਡ ਡੈਸ਼ਡ ਵੈਜਸ ਜਾਂ ਵੈਜ ਫਾਰਮੂਲਾ। ਸੋਲਿਡ ਤੇ ਡੈਸ਼ਡ ਜਿਹੜੀ ਵੈਜ ਹੈ ਨਾ, ਉਹਦੇ ਨਾਲ ਆਪਾਂ ਬਣਾਵਾਂਗੇ। wedges are shown in such a way that broad end of the wedge is towards the observer। ਜਿਹੜਾ ਇਹਦਾ broad end ਹੈ ਨਾ, ਉਹ ਕੀ ਹੋਏਗਾ, observer ਵੱਲ, ਜਿਹੜਾ ਬਣਾ ਰਿਹਾ ਉਹਨੂੰ ਉਹਦੇ ਵੱਲ ਹੋਏਗਾ। ਤਾਂ ਹੁਣ ਜਿਹੜਾ ਆਪਾਂ ਬਣਾਇਆ ਫਾਰਮੂਲਾ, ਦੇਖੋ ਤੁਸੀਂ, ਆਪਾਂ ਇੱਕ ਟੈਟਰਾਹੈਡਰਨ ਬਣਾਉਣਾ ਹੈ, 1 2 3 4, ਇੱਕ ਟੈਟਰਾਹੈਡਰਨ ਦੀ ਫਾਰਮ ਦੇ ਵਿੱਚ ਬਣਾਵਾਂਗੇ। 2 ਬੌਂਡ ਤਾਂ ਬੇਟੇ ਇੱਕ ਪੇਪਰ ਦੇ ਵਿੱਚ ਹੋਣਗੇ, ਪੇਪਰ ਤੇ ਹੋਣਗੇ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਕਲਾਸ ਦੇ ਵਿੱਚ ਫਿੰਗਰਸ ਦੇ ਨਾਲ ਦਿਖਾਇਆ ਸੀ, ਠੀਕ ਹੈ। ਤਾਂ 2 ਤਾਂ ਪੇਪਰ ਦੇ ਉੱਤੇ ਹੋਣਗੇ। ਇੱਕ ਜਿਹੜੀ ਸੋਲਿਡ ਵੈਜ ਬਣਾਈ ਹੈ ਉਹ ਪੇਪਰ ਤੋਂ ਬਾਹਰ, ਆਊਟ ਆਫ ਦਾ ਪੇਪਰ ਹੋਏਗੀ ਔਰ ਟੂਵਰਡਸ ਦਾ ਓਬਜ਼ਰਵਰ, ਮਤਲਬ ਸਾਡੇ ਵੱਲ ਹੋਏਗੀ, ਠੀਕ ਹੈ। ਉਹਦਾ ਬ੍ਰੌਡ ਐਂਡ ਸਾਡੇ ਵੱਲ ਹੋਏਗਾ। ਇਸੇ ਤਰ੍ਹਾਂ ਅਸੀਂ ਜਿਹੜੀ ਡੈਸ਼ਡ ਵੈਜ ਬਣਾਤੀ, ਉਹ ਕੀ ਹੈ ਬੇਟੇ, ਅਵੇ ਫਰੋਮ ਦਾ ਓਬਜ਼ਰਵਰ ਬਟ ਆਊਟ ਆਫ ਦਾ ਪੇਪਰ। ਜਿੱਥੇ ਡੈਸ਼ ਲਾਤਾ ਮਤਲਬ ਸਾਡੇ ਤੋਂ ਦੂਰ ਹੈ, ਦੂਸਰੇ ਪਾਸੇ, ਸਾਡੇ ਤੋਂ ਉਲਟ ਪਾਸੇ ਪੇਪਰ ਤੋਂ ਬਾਹਰ ਜਾ ਰਹੀ ਹੈ ਵੈਜ। ਇਹ ਕੀ ਆਏਗਾ, ਪੇਪਰ ਤੋਂ ਬਾਹਰ ਆ ਰਹੀ ਹੈ ਪਰ ਸਾਡੇ ਵੱਲ ਨੂੰ। ਇਹ ਪੇਪਰ ਦੇ ਉੱਪਰ ਹੋਣਗੇ ਦੋਨੋਂ, ਪਲੇਨ ਤੇ। ਇਹ ਪਲੇਨ ਤੋਂ ਬਾਹਰ ਜਾ ਰਹੇ, ਇਹ ਪਲੇਨ ਤੋਂ ਬਾਹਰ ਜਾ ਰਹੇ। ਬੌਂਡ ਅਵੇ ਫਰੋਮ ਦਾ ਓਬਜ਼ਰਵਰ, ਆਊਟ ਆਫ ਦਾ ਪੇਪਰ। ਬੌਂਡ ਟੂਵਰਡਸ ਦਾ ਓਬਜ਼ਰਵਰ, ਆਊਟ ਆਫ ਦਾ ਪੇਪਰ। ਬੌਂਡ ਇਨ ਦਾ ਪੇਪਰ, ਇਨ ਦਾ ਪਲੇਨ ਆਫ ਦਾ ਪੇਪਰ, ਠੀਕ ਹੈ। ਇਹ ਦੋਨੋਂ ਜਿਹੜੇ ਬੌਂਡ ਹੈ, ਜਿਹੜੇ ਆਪਾਂ ਸਿੰਪਲ ਲਾਈਨਾਂ ਬਣਾਈਆਂ, ਉਹ ਹੈ ਕਲੀਅਰ। ਇਹਨੂੰ ਅਸੀਂ ਵੈਜ ਐਂਡ ਡੈਸ਼ ਰਿਪਰੈਜ਼ੈਂਟੇਸ਼ਨ ਆਫ ਮੀਥੇਨ ਕਹਿ ਦਿੰਦੇ ਹਾਂ, ਕਿਉਂਕਿ ਅਸੀਂ ਮੀਥੇਨ ਹੀ ਹੈ CH4 ਦਾ। ਇਹ ਸਿੰਪਲ ਜਿਹੀਆਂ ਚੀਜ਼ਾਂ ਬੇਟੇ ਜਦੋਂ ਆਪਾਂ ਲਿਖਦੇ ਰਵਾਂਗੇ, ਬਣਾਉਂਦੇ ਰਵਾਂਗੇ, ਇਹ ਤੁਹਾਨੂੰ ਵੈਸੇ ਹੀ ਯਾਦ ਹੋ ਜਾਣੀਆਂ ਸਾਰੀਆਂ, ਪਰ ਇੱਕ ਵਾਰ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਅੱਗੇ ਬੇਟੇ ਕਲਾਸੀਫਿਕੇਸ਼ਨ ਆਫ ਆਰਗੈਨਿਕ ਕੰਪਾਊਂਡਸ। ਹੁਣ ਆਪਾਂ ਆਰਗੈਨਿਕ ਕੰਪਾਊਂਡਸ ਨੂੰ ਕਿਵੇਂ ਕਲਾਸੀਫਾਈ ਕਰਦੇ ਹਾਂ। ਮੇਨ ਬੇਟੇ ਆਰਗੈਨਿਕ ਕੰਪਾਊਂਡਸ 2 ਤਰ੍ਹਾਂ ਦੇ ਹੁੰਦੇ ਆ, ਓਪਨ ਚੇਨ ਕੰਪਾਊਂਡਸ ਐਂਡ ਕਲੋਜ਼ਡ ਚੇਨ ਕੰਪਾਊਂਡਸ। ਓਪਨ ਚੇਨ ਨੂੰ ਅਸੀਂ ਏਸਾਈਕਲਿਕ ਕਹਿੰਦੇ ਹਾਂ, ਤੇ ਕਲੋਜ਼ਡ ਚੇਨ ਨੂੰ ਅਸੀਂ ਸਾਈਕਲਿਕ ਕਹਿੰਦੇ ਹਾਂ। ਇਹ ਸਾਈਕਲਿਕ, ਇਹ ਏਸਾਈਕਲਿਕ, ਇਹ ਤਾਂ ਸਿਰਫ ਇੱਕ ਤਰ੍ਹਾਂ ਹੋਣਗੇ, ਠੀਕ ਹੈ। ਇਹ ਓਪਨ ਚੇਨ ਕੰਪਾਊਂਡਸ। ਉਸ ਤੋਂ ਬਾਅਦ ਆ ਗਏ ਬੇਟੇ ਕਲੋਜ਼ਡ ਚੇਨ, ਫਿਰ ਫਰਦਰ 2 ਤਰ੍ਹਾਂ ਦੇ ਹੋਣਗੇ, ਹੋਮੋਸਾਈਕਲਿਕ ਐਂਡ ਹੈਟਰੋਸਾਈਕਲਿਕ। ਹੋਮੋਸਾਈਕਲਿਕ ਦੇ ਵਿੱਚ ਕੀ ਹੋਣਗੇ ਬੇਟੇ,
ਇੱਕੋ ਜਿਹੀਆਂ ਐਟਮਸ ਹੋਣਗੀਆਂ ਸਾਈਕਲ ਦੇ ਵਿੱਚ ਸਾਰੀਆਂ, ਤੇ ਜਿਹੜੇ ਹੈਟਰੋਸਾਈਕਲਿਕ ਹੋਣਗੇ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਹੋਣਗੀਆਂ। ਹੁਣ ਹੋਮੋਸਾਈਕਲਿਕ ਫੇਰ ਫਰਦਰ ਦੋ ਤਰ੍ਹਾਂ ਦੇ ਹੁੰਦੇ ਆ ਬੇਟੇ, ਐਲੀਸਾਈਕਲਿਕ ਐਂਡ ਐਰੋਮੈਟਿਕ। ਐਲੀਸਾਈਕਲਿਕ ਹੋਣਗੇ ਜਿਹੜੇ ਜਿਨ੍ਹਾਂ ਦੇ ਵਿੱਚ ਬੈਂਜ਼ੀਨ ਰਿੰਗ ਨਹੀਂ ਹੋਏਗੀ, ਤੇ ਐਰੋਮੈਟਿਕ ਕਿਹੜੇ ਹੋਣਗੇ ਜਿਨ੍ਹਾਂ ਦੇ ਵਿੱਚ ਬੈਂਜ਼ੀਨ ਰਿੰਗ ਹੋਏਗੀ। ਠੀਕ ਹੈ, ਐਰੋਮੈਟਿਕ ਵੀ ਬੇਟੇ ਕਈ ਇਹੋ ਜਿਹੇ ਹੁੰਦੇ ਆ, ਐਰੋਮੈਟਿਕ ਦੇ ਵਿੱਚ ਵੀ ਕਈ ਅੱਜ ਕੱਲ੍ਹ ਹੁਣ ਕੰਪਾਊਂਡ ਇਹ ਆਉਂਦੇ ਜਿਨ੍ਹਾਂ 'ਚ ਬੈਂਜ਼ੀਨ ਰਿੰਗ ਨਹੀਂ ਹੁੰਦੀ, ਤਾਂ ਇਸ ਕਰਕੇ ਐਰੋਮੈਟਿਕ ਨੂੰ ਅਸੀਂ ਐਰੋਮੈਟਿਕ ਬੈਂਜ਼ੀਨੋਇਡਸ ਕਹਿ ਦਿੰਦੇ ਹਾਂ। ਜਿਨ੍ਹਾਂ 'ਚ ਬੈਂਜ਼ੀਨ ਰਿੰਗ ਹੁੰਦੀ ਹੈ ਉਹਨਾਂ ਨੂੰ ਅਸੀਂ ਬੈਂਜ਼ੀਨੋਇਡਸ ਕਹਿ ਦਿੰਦੇ ਹਾਂ। ਕਲੀਅਰ? ਹੁਣ ਆਪਾਂ ਇਹਨਾਂ ਨੂੰ ਡਿਸਕਸ ਬਰੀਫਲੀ ਕਰਦੇ ਹਾਂ ਕਿ ਕਿਵੇਂ ਕਿਵੇਂ ਕੰਪਾਊਂਡ ਨੇ। ਪਹਿਲਾਂ ਆਪਾਂ ਲਿਆ ਏਸਾਈਕਲਿਕ ਜਾਂ ਓਪਨ ਚੇਨ ਕੰਪਾਊਂਡ, ਇਹਨਾਂ ਨੂੰ ਅਸੀਂ ਐਲੀਫੈਟਿਕ ਕੰਪਾਊਂਡਸ ਕਹਿੰਦੇ ਹਾਂ ਬੇਟੇ। ਐਲੀਫੈਟਿਕ ਕੰਪਾਊਂਡਸ ਕਿਹਾ ਜਾਂਦਾ ਇਹਨਾਂ ਨੂੰ। These compounds consist of straight chain or branched chain compounds. ਇਹ straight chain ਤੋਂ ਬਣੇ ਹੋਏ ਹੁੰਦੇ ਆ ਜਾਂ branched chain ਤੋਂ ਬਣੇ ਹੋਏ ਹੁੰਦੇ ਆ। ਠੀਕ ਹੈ, straight chain ਦਾ ਮਤਲਬ ਇੱਕੋ ਹੀ ਚੇਨ ਹੋਏਗੀ। ਜਿਵੇਂ ਆਪਾਂ ਇਹ straight chain ਬਣਾ ਲਈ, ਈਥੇਨ ਬਣ ਗਿਆ, ਇਹ ਬਿਊਟੇਨ ਬਣ ਗਿਆ, ਇਹ ਆਈਸੋਬਿਊਟੇਨ ਬਣ ਗਿਆ। ਮਤਲਬ ਇਹ ਬ੍ਰਾਂਚਡ ਚੇਨ ਆ ਗਈ। ਇਹ ਸਟ੍ਰੇਟ ਚੇਨ ਦੇ ਦੋਨੋਂ, ਇਹ ਕੀ ਆ ਗਈ ਬ੍ਰਾਂਚਡ ਚੇਨ, ਇਹ ਵੀ ਕੀ ਹੈ ਬ੍ਰਾਂਚਡ ਚੇਨ। ਕਲੀਅਰ ਹੋ ਗਿਆ? ਹੁਣ ਆਪਾਂ ਅਗਲਾ ਜਿਹੜਾ ਕੰਪਾਊਂਡ ਲੈਂਦੇ ਆ ਬੇਟੇ, ਕਲੋਜ਼ਡ ਚੇਨ ਹੈ। ਕਲੋਜ਼ਡ ਚੇਨ ਹੈ ਜਿਹੜੇ ਉਹ ਕੀ ਹੈ, ਚੇਨ ਦੇ ਕੋਈ ਸਿਰਾ ਨਹੀਂ ਹੋਏਗਾ, ਕਲੋਜ਼ ਹੋਈ ਵੀ ਹੋਏਗੀ ਚੇਨ। ਠੀਕ ਹੈ, ਤਾਂ ਆਪਾਂ ਕਿਹਾ ਸੀ ਕਿ ਦੋ ਤਰ੍ਹਾਂ ਦੇ ਕਿਹੜੇ ਕਿਹੜੇ ਹੁੰਦੇ ਆ, ਹੋਮੋਸਾਈਕਲਿਕ ਐਂਡ ਹੈਟਰੋਸਾਈਕਲਿਕ ਕਿਹਾ ਸੀ ਆਪਾਂ। ਹੋਮੋਸਾਈਕਲਿਕ ਕਿਹਨਾਂ ਨੂੰ ਕਵਾਂਗੇ? these compounds contain ring which are made up of only one kind of atoms, ਜਿਹਦੇ ਵਿੱਚ ਸਿਰਫ ਇੱਕ ਤਰ੍ਹਾਂ ਦੀਆਂ ਐਟਮਸ ਹੋਣਗੀਆਂ, that is ਕਾਰਬਨ ਐਟਮਸ, ਕੱਲੀਆਂ ਕਾਰਬਨ ਐਟਮਸ ਹੋਣਗੀਆਂ। therefore are called carboxylic compounds, ਇਹਨਾਂ ਨੂੰ ਕਾਰਬੋਕਸਿਲਿਕ ਕੰਪਾਊਂਡਸ ਕਹਿੰਦੇ ਨੇ, ਇਸੇ ਕਰਕੇ ਸਿਰਫ ਕਾਰਬਨ ਦੇ ਹੀ ਬਣੇ ਹੋਏ ਹੋਣਗੇ। ਇਹਦੇ ਵਿੱਚ ਹੋਮੋਸਾਈਕਲਿਕ ਦੇ ਵਿੱਚ ਆਪਾਂ ਕਿਹਾ ਸੀ ਦੋ ਤਰ੍ਹਾਂ ਦੇ ਹੁੰਦੇ ਆ, ਐਲੀਸਾਈਕਲਿਕ ਐਂਡ ਐਰੋਮੈਟਿਕ। ਹੁਣ ਐਲੀਸਾਈਕਲਿਕ ਬੇਟੇ ਐਲੀਫੈਟਿਕ ਸਾਈਕਲਿਕ, ਜਿਵੇਂ ਆਪਾਂ ਐਲੀਫੈਟਿਕ ਆ ਕੰਪਾਊਂਡ ਲਏ ਹੈ ਨਾ, ਜੇ ਇਹਨਾਂ ਨੂੰ ਆਪਾਂ ਇਹਨਾਂ ਦੇ ਹੀ ਸਾਈਕਲਿਕ ਕੰਪਾਊਂਡ ਬਣਾ ਦਈਏ ਤਾਂ ਉਹਨਾਂ ਨੂੰ ਅਸੀਂ ਬੇਟੇ ਕਹਿੰਦੇ ਆ ਐਲੀਸਾਈਕਲਿਕ ਜਾਂ ਐਲੀਫੈਟਿਕ ਸਾਈਕਲਿਕ ਕੰਪਾਊਂਡਸ ਕਹਿੰਦੇ ਆ। ਕਲੀਅਰ? these compounds contain carbon atoms joined in the form of a ring। ਜਿਵੇਂ ਆਪਾਂ ਇਹ 4 ਬੌਂਡ ਹਰੇਕ ਕਾਰਬਨ ਦੇ ਪੂਰੇ ਪਾਉਣੇ ਪੈਂਦੇ ਆ, ਜਿੰਨੇ ਵੀ ਘਟਦੇ ਆ ਨਾਲ H ਲਗਾ ਦਿਓ। ਇਹ ਕੀ ਬਣ ਗਿਆ ਬੇਟੇ? ਸਾਈਕਲੋਪ੍ਰੋਪੇਨ, ਸਾਈਕਲੋਬਿਊਟੇਨ, ਸਾਈਕਲੋਬਿਊਟੀਨ। ਇਹ ਡਬਲ ਬੌਂਡ ਹੈ, ਇਸ ਕਰਕੇ ਆਪਾਂ ਕੀ ਲਿਖਿਆ? ਸਾਈਕਲੋਬਿਊਟੀਨ। ਨਾਮ ਬੇਟੇ ਉਦੋਂ ਤੁਹਾਨੂੰ ਸਮਝ ਆਉਣ ਲੱਗਣਗੇ ਜਦੋਂ ਆਪਾਂ ਨਾਮ ਇਹਨਾਂ ਦੇ ਲਿਖਾਂਗੇ। ਕਲੀਅਰ? ਉਸ ਤੋਂ ਬਾਅਦ ਆ ਗਏ ਬੇਟੇ ਐਰੋਮੈਟਿਕ ਕੰਪਾਊਂਡਸ। ਹੁਣ ਐਰੋਮੈਟਿਕ ਕੰਪਾਊਂਡਸ ਕਿਹਨਾਂ ਨੂੰ ਕਹਿੰਦੇ ਆ ਬੇਟੇ? ਉਹ ਕੰਪਾਊਂਡਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਐਟਲੀਸਟ ਇੱਕ ਬੈਂਜ਼ੀਨ ਰਿੰਗ ਹੋਵੇ। these compounds contain at least one benzene ring। ਆਪਾਂ ਲੈ ਲਈ ਬੈਂਜ਼ੀਨ ਰਿੰਗ, ਇਹ ਤੁਹਾਨੂੰ ਪਤਾ ਹੋਏਗਾ ਬੈਂਜ਼ੀਨ ਰਿੰਗ ਕੀ ਹੈ। 6 ਕਾਰਬਨ ਇੱਕ ਰਿੰਗ ਦੇ ਵਿੱਚ ਹੁੰਦੀਆਂ ਬੇਟੇ, ਜਿਨ੍ਹਾਂ ਦੇ ਵਿੱਚ ਆਲਟਰਨੇਟਿਵ ਡਬਲ ਐਂਡ ਸਿੰਗਲ ਬੌਂਡ ਹੁੰਦੇ ਆ। ਇੱਕ ਸਿੰਗਲ ਬੌਂਡ, ਫਿਰ ਡਬਲ ਬੌਂਡ, ਸਿੰਗਲ ਬੌਂਡ, ਡਬਲ ਬੌਂਡ। ਕਲੀਅਰ? ਜਾਂ ਇਹਨੂੰ ਅਸੀਂ ਇੱਦਾਂ ਲਿਖ ਸਕਦੇ ਹਾਂ, ਇਹ ਕੀ ਹੈ? ਬੈਂਜ਼ੀਨ। ਬੈਂਜ਼ੀਨ ਰਿੰਗ ਦੇ ਉੱਤੇ ਇੱਕ OH ਗਰੁੱਪ ਲੱਗਿਆ ਹੋਇਆ, ਇਹਨੂੰ ਅਸੀਂ ਕਹਿੰਦੇ ਹਾਂ ਫੀਨੋਲ। ਬੈਂਜ਼ੀਨ ਰਿੰਗ ਦੇ ਉੱਤੇ NH2 ਗਰੁੱਪ ਲੱਗਿਆ ਹੋਇਆ, ਇਹਨੂੰ ਅਸੀਂ ਕਹਿੰਦੇ ਹਾਂ ਐਨੀਲੀਨ। ਇਹ ਸਾਰੇ ਕੰਪਾਊਂਡਸ ਕੀ ਹੈ ਬੇਟੇ? ਐਰੋਮੈਟਿਕ ਕੰਪਾਊਂਡ। ਕਿਉਂ? ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚ ਬੈਂਜ਼ੀਨ ਰਿੰਗ ਪ੍ਰੈਜ਼ੈਂਟ ਹੈ। certain aromatic compounds do not contain benzene ring। ਕਈ ਵਾਰੀ ਬੈਂਜ਼ੀਨ ਰਿੰਗ ਨਹੀਂ ਹੁੰਦੀ, ਐਰੋਮੈਟਿਕ ਹੁੰਦੇ ਆ ਉਹ। therefore benzene containing aromatic compounds are called benzenoids। ਇਸ ਕਰਕੇ ਅਸੀਂ ਇਹਨਾਂ ਨੂੰ ਬੈਂਜ਼ੀਨੋਇਡ ਕਹਿੰਦੇ ਹਾਂ। ਐਰੋਮੈਟਿਕ ਕੰਪਾਊਂਡ ਦੇ ਮੇਨਲੀ ਅਸੀਂ ਕੀ ਕਹਿੰਦੇ ਹਾਂ ਬੇਟੇ? ਐਰੋਮੈਟਿਕ ਕੰਪਾਊਂਡਸ ਹੀ ਮੰਨਦੇ ਹਾਂ ਅਸੀਂ ਇਹਨਾਂ ਨੂੰ। ਐਰੋਮੈਟਿਕ ਜਿੱਥੇ ਵੀ ਅਸੀਂ ਕਵਾਂਗੇ ਤਾਂ ਕੀ ਹੋਣਗੇ? ਬੈਂਜ਼ੀਨ ਕੰਟੇਨਿੰਗ ਕੰਪਾਊਂਡਸ, ਉਹਨਾਂ ਨੂੰ ਅਸੀਂ ਐਰੋਮੈਟਿਕ ਕੰਪਾਊਂਡਸ ਕਵਾਂਗੇ। ਕਲੀਅਰ? ਅਗਲਾ ਬੇਟੇ ਹੈਟਰੋਸਾਈਕਲਿਕ ਕੰਪਾਊਂਡਸ। ਹੈਟਰੋਸਾਈਕਲਿਕ ਕੰਪਾਊਂਡਸ ਕਿਹੜੇ ਹੁੰਦੇ ਆ? ਜਿਹੜੇ ਕਿ ਸਾਈਕਲਿਕ ਤਾਂ ਹੋਣਗੇ ਪਰ ਉਹਨਾਂ ਦੇ ਵਿੱਚ ਇਕੱਲੀ ਕਾਰਬਨ ਨਹੀਂ ਹੋਏਗੀ, ਹੋਰ ਤਰ੍ਹਾਂ ਦੀ ਐਟਮ ਵੀ, ਇੱਕ ਤੋਂ ਵੱਧ ਤਰ੍ਹਾਂ ਦੀਆਂ ਐਟਮਸ ਹੋਣਗੀਆਂ। The compounds in which the ring consists of atoms of more than one kind।
ਪਹਿਲਾਂ ਆਪਾਂ ਕਿਹਾ ਸੀ ਕਿ ਸਾਰੇ ਦੇ ਸਾਰੇ ਕਾਰਬਨ ਸੀ, ਹੁਣ ਕਾਰਬਨ ਦੇ ਨਾਲ ਬੇਟੇ ਆਕਸੀਜਨ ਵੀ ਆ ਗਈ ਨਾਲ ਵਿੱਚ, ਇਹਨੂੰ ਅਸੀਂ ਫਿਊਰਾਨ ਕਹਿੰਦੇ ਆ। ਇਹਦੇ ਵਿੱਚ ਐਸ ਆ ਗਿਆ, ਸਲਫਰ ਆ ਗਿਆ, ਇਹਨੂੰ ਅਸੀਂ ਥਾਇਓਫੀਨ ਕਹਿੰਦੇ ਆ। ਇਹ ਬੈਂਜੀਨ ਰਿੰਗ ਜਿਵੇਂ ਆਪਾਂ ਬਣਦੀ ਹੈ, ਉਹਦੇ ਵਿੱਚ ਨੀਚੇ ਸਾਰੀਆਂ ਕਾਰਬਨ ਦੀ ਬਜਾਏ ਇੱਕ ਨਾਈਟ੍ਰੋਜਨ ਆ ਗਈ, ਤਾਂ ਇਹਨੂੰ ਅਸੀਂ ਪਿਰੀਡੀਨ ਕਹਿੰਦੇ ਆ। ਕਲੀਅਰ ਹੋ ਗਿਆ ਬੇਟੇ? ਹੁਣ ਬੇਟੇ ਜਿਹੜੇ ਆਰਗੈਨਿਕ ਕੰਪਾਊਂਡਸ ਹੈ ਨਾ, ਉਹਨਾਂ ਨੂੰ ਬੇਟੇ ਅਸੀਂ ਫੰਕਸ਼ਨਲ ਗਰੁੱਪ ਦੇ ਬੇਸਿਸ ਦੇ ਉੱਤੇ ਫੈਮਲੀਜ਼ ਦੇ ਵਿੱਚ ਡਿਵਾਈਡ ਕਰ ਦਿੰਦੇ ਆ, ਕਿਉਂਕਿ ਕੰਪਾਊਂਡ ਜਿਹੜੇ ਆਰਗੈਨਿਕ ਕੰਪਾਊਂਡਸ ਨੇ ਬੇਟੇ ਬਹੁਤ ਜ਼ਿਆਦਾ ਆਰਗੈਨਿਕ ਕੰਪਾਊਂਡਸ ਹੈ, ਤਾਂ ਉਹਨਾਂ ਨੂੰ ਅਸੀਂ ਉਹਨਾਂ ਦੀਆਂ ਫੈਮਲੀਜ਼ ਬਣਾ ਕੇ ਉਹਨਾਂ ਨੂੰ ਅਸੀਂ ਕਲਾਸੀਫਾਈ ਕਰ ਦਿੰਦੇ ਆ, ਤਾਂ ਸਾਨੂੰ ਸਟੱਡੀ ਕਰਨਾ ਸੌਖਾ ਹੈ। ਠੀਕ ਹੈ, ਉਹਨਾਂ ਨੂੰ ਫੈਮਲੀਜ਼ ਕਹਿੰਦੇ ਆ, ਜਾਂ ਫਿਰ ਆਪਾਂ ਉਹਨਾਂ ਨੂੰ ਕੀ ਕਹਿੰਦੇ ਆ, ਹੋਮੋਲੋਗਸ ਸੀਰੀਜ਼ ਕਹਿ ਦਿੰਦੇ ਆ। ਤਾਂ ਉਹ ਕਿਹਦੇ ਬੇਸ ਤੇ ਬਣਦੀਆਂ ਬੇਟੇ? ਫੰਕਸ਼ਨਲ ਗਰੁੱਪਸ ਦੇ ਬੇਸ ਤੇ, ਜਿਨ੍ਹਾਂ ਨੂੰ ਬੇਟੇ ਆਪਾਂ ਜਿਹੜਾ ਹੈਗਾ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ।